परम सत्कार गुरु रूप गुरु प्यारी साध संगत जी, आओ लड़ीवार शब्द विचार दे नाल जुड़ना करिए। मारू सोलहे महला पंजवा। एक ओंकार सतगुरु प्रसाद। संगी जोगी नार लपटाणी, उज रही रंग रस माणी। फरमान कर रहे हैं सतगुरु पातशाह कि भाई, ये जीव आत्मा असल विच विरक्त जोगी है। यह जोगी है। ये काया रूप इस्त्री का साथी जदों बन जाता है तो काया रूप इस्त्री इस नाल लपटी रहिंदी है। इसनूं अपने मोह विच फसाउंदी रहिंदी है ते इस नाल माया दे रंग रस माणदी रहिंदी है। फिर फरमान है, किरत संजोगी भये एकतरा, करते भोग विलासा है। कीते कर्मां दे संजोगां नाल ये जीव आत्मा ते काया इकट्ठे हुंदे हन। ये जीव आत्मा ते भावे शरीर कीते कर्मां दे संजोगां नाल इकट्ठी हुंदी है। इन्हां दोनां दा मेल हुंदा है तां बंदा इत्थे संसार विच आउंदा है। दुनिया दे भोग विलास करदे रहिंदे हन। फिर ये शरीर काया ते जीवात्मा। फिर फरमान है, जो पिर करै सो धन तत मानै। पिर धनहे सिगार रखै संगानै। हे भाई, जो कुछ जीव आत्मा पति, जिहड़ा जीव आत्मा पति है, काया रूप इस्त्री नूं आखदा है, वो तुरत मनदी है। जीव आत्मा पति काया इस्त्री नूं सजा सवार के अपने नाल रखदा है। फिर फरमान है, मिल एकतर वसहे दिन राती। पिरियो दे धनै दिलासा है। तो समझाउणा करदे हन कि फिर अपने नाल जदों इनू जीव आत्मा शरीर नूं सजा सवार के आपदे नाल रखदा है, मिल के दिन रात ये इकट्ठे वसदे हन। जीव आत्मा पति काया इस्त्री नूं कई तरह का हौसला दिंदा रहिंदा है। फिर फरमान है, धन मागै पिरियो बहुविध धावै।
जो पावै सो आन दिखावै। ਕਹਿੰਦੇ हे ਭਾਈ, ਕਾਇਆ ਇਸਤਰੀ ਵੀ ਜੋ ਕੁਝ ਮੰਗਦੀ ਹੈ ਉਹ ਹਾਸਲ ਕਰਨ ਵਾਸਤੇ ਜੀਵ ਆਤਮਾ ਪਤੀ ਕਈ ਤਰ੍ਹਾਂ ਦੀ ਦੌੜ ਭੱਜ ਕਰਦਾ ਫਿਰਦਾ ਹੈ। ਇਹ ਸਰੀਰ ਦੀ ਪੂਰਤੀ ਲਈ ਦੌੜ ਭੱਜ ਕਰਦਾ ਹੀ ਨਾ ਬੰਦਾ, ਸਰੀਰ ਦੀਆਂ ਇੱਛਾਵਾਂ ਲਈ ਜੋ ਕੁਝ ਇਸ ਨੂੰ ਲੱਭਦਾ ਉਹ ਲਿਆ ਕੇ ਆਪਣੀ ਕਾਇਆ ਇਸਤਰੀ ਨੂੰ ਵਿਖਾ ਦਿੰਦਾ ਹੈ। ਕਾਇਆ ਰੂਪ ਸਰੀਰ ਨੂੰ ਕਹਿੰਦੇ ਜੀਵਾਤਮਾ ਦੌੜ ਭੱਜ ਕਰਕੇ ਲਿਆ ਕੇ ਇਸ ਸਰੀਰ ਨੂੰ ਵਿਖਾ ਦਿੰਦਾ ਹੈ ਵੀ ਆਹ ਕੁਛ ਹਾਸਲ ਕਰ ਲਿਆ। ਫਿਰ ਫਰਮਾਨ ਹੈ, ਏਕ ਵਸਤ ਕਉ ਪਹੁੰਚ ਨਾ ਸਕੈ, ਧਨ ਰਹਤੀ ਭੂਖ ਪਿਆਸਾ ਹੀ। ਪਰ ਕਹਿੰਦੇ ਇਸ ਦੌੜ ਭੱਜ ਵਿੱਚ ਇਸ ਨੂੰ ਨਾਮ ਪਦਾਰਥ ਨਹੀਂ ਲੱਭ ਸਕਦਾ। ਦੁਨਿਆਵੀ ਪਦਾਰਥ ਤਾਂ ਲੱਭ ਲੈਂਦੀ ਹੈ ਪਰ ਨਾਮ ਪਦਾਰਥ ਨਹੀਂ ਲੱਭ ਸਕਦਾ। ਨਾਮ ਪਦਾਰਥ ਤੋਂ ਬਿਨਾਂ ਕਾਇਆ ਇਸਤਰੀ ਦੀ ਮਾਇਆ ਵਾਲੀ ਭੁੱਖ ਤਰੇ ਟਿਕੀ ਰਹਿੰਦੀ ਹੈ। ਮਾਇਆ ਵਾਲੀ ਭੁੱਖ, ਇਹ ਤ੍ਰਿਸ਼ਨਾ ਬਣੀ ਰਹਿੰਦੀ ਹੈ ਅੰਦਰ। ਫਿਰ ਅੱਗੇ ਫਰਮਾਨ ਹੈ, ਧਨ ਕਰੈ ਬਿਨੋ ਦਉ ਕਰ ਜੋਰੈ, ਪ੍ਰਿਆ ਪਰਦੇਸ ਨਾ ਜਾਹੋ ਵਸੋ ਘਰ ਮੋਰੈ। ਫਿਰ ਫਰਮਾਨ ਕਰਦੇ ਹਨ ਸਤਿਗੁਰੂ ਪਾਤਸ਼ਾਹ, ਕਹਿੰਦੇ हे ਭਾਈ, ਕਾਇਆ ਇਸਤਰੀ ਦੋਵੇਂ ਹੱਥ ਜੋੜਦੀ ਹੈ। ਭਾਵੇਂ ਸਰੀਰ ਜੀਵਾਤਮਾ ਮੂਹਰੇ ਦੋਨੇ ਹੱਥ ਜੋੜਦੇ ਆ ਤੇ ਜੀਵਾਤਮਾ ਪਤੀ ਅੱਗੇ ਬੇਨਤੀ ਕਰਦੀ ਹੈ ਕਿ हे ਪਿਆਰੇ, ਮੈਨੂੰ ਛੱਡ ਕੇ ਕਿਸੇ ਹੋਰ ਦੇਸ਼ ਵਿੱਚ ਨਾ ਤੁਰ ਜਾਈਂ। ਭਾਵੇਂ ਸਰੀਰ ਡਰਦਾ ਹੀ ਹੈ ਵੀ ਕਿਤੇ ਜੀਵਾਤਮਾ ਜੇ ਨਿਕਲ ਜੇ। ਸਾਰੀ ਜੀਵਾਤਮਾ ਦੀ ਖੇਡ ਹੈ, ਸਰੀਰ ਦੇ ਵਿੱਚ ਹੈ ਤਾਂ ਸਭ ਕੁਛ ਹੈ, ਜੇ ਉਹ ਨਿਕਲ ਗਈ ਤਾਂ ਫਿਰ ਮਿੱਟੀ ਦੀ ਢੇਰੀ ਹੈ। ਕਹਿੰਦੇ ਦੋਵੇਂ ਹੱਥ ਬੰਨ੍ਹ ਕੇ ਇਹ ਸਰੀਰ ਜੀਵਾਤਮਾ ਨੂੰ ਪੁੱਛਦਾ, ਕਹਿਣ ਦਾ ਭਾਵ ਸੌਖੇ ਤਰੀਕੇ ਨਾਲ ਸਮਝ ਗਏ ਤਾਂ ਇਹ ਸਰੀਰ ਆਪਦੀ ਜੀਵਾਤਮਾ ਦੇ ਮੂਹਰੇ ਹੱਥ ਬੰਨ੍ਹਦਾ ਵੀ ਕਿਤੇ ਜਿੰਦੇ ਨਿਕਲ ਨਾ ਜਾਈਂ ਤੂੰ। ਆਤਮਾ ਕਿਤੇ ਨਿਕਲ ਨਾ ਜਾਈਂ ਇਸ ਸਰੀਰ ਚੋਂ, ਵੀ ਡਰਦਾ ਮੌਤ ਤੋਂ ਤਾਂ। ਕਹਿੰਦੇ ਮੇਰੇ ਹੀ ਇਸ ਘਰ ਦੇ ਵਿੱਚ ਟਿਕਿਆ ਰਹੀ। हे ਜੀਵਾਤਮਾ, ਜੀਵਾਤਮਾ ਤੂੰ ਇਸ ਘਰ ਦੇ ਵਿੱਚ, ਭਾਵ ਮੇਰੇ ਸਰੀਰ 'ਚ ਟਿਕਿਆ ਰਹਿ। ਵਸੋ ਘਰ ਮੋਰੈ, ਐਸਾ ਵਣਜ ਕਰਹੁ ਗ੍ਰਹਿ ਭੀਤਰ, ਜਿਤ ਉਤਰੈ ਭੁਖ ਪਿਆਸਾ ਹੀ। ਕਹਿੰਦੇ ਇਸੇ ਘਰ ਦੇ ਵਿੱਚ ਕੋਈ ਐਸਾ ਵਣਜ ਕਰਦਾ ਰਹੋ, ਭਾਵ ਇਸ ਸਰੀਰ ਦੇ ਵਿੱਚ ਹੀ ਕੋਈ ਐਸਾ ਵਣਜ ਕਰਦਾ ਰਹੋ ਜਿਸ ਨਾਲ ਮੇਰੀ ਭੁੱਖ ਤਰੇ ਮਿਟਦੀ ਰਹੇ, ਭਾਵ ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ।
ਜੀਵ ਆਤਮਾ ਨੂੰ ਇਹ ਸਰੀਰ ਕਹਿ ਰਿਹਾ। ਫਿਰ ਅੱਗੇ ਫਰਮਾਨ ਹੈ, ਸਗਲੇ ਕਰਮ ਧਰਮ ਜੁਗ ਸਾਧਾ, ਬਿਨ ਹਰ ਰਸ ਸੁਖ ਤਿਨ ਨਹੀਂ ਲਾਦਾ, ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ। ਪਰ ਕਹਿੰਦੇ ਹੈ ਭਾਈ, ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ, ਜਿਹਨੂੰ ਪੁੰਨਦਾਨ ਦੇ ਕੰਮ ਕਹਿੰਦੇ ਅਸੀਂ। ਕਹਿੰਦੇ ਸਦਾ ਤੋਂ ਹੀ ਕਰਦੇ ਆਏ ਹੈ, ਪਰ ਨਾਮ ਦੇ ਸਵਾਦ ਤੋਂ ਬਿਨਾਂ ਕਿਸੇ ਨੂੰ ਵੀ ਰੱਤਾ ਭਰ ਸੁੱਖ ਨਹੀਂ ਲੱਭਿਆ। ਰੱਤਾ ਭਰ ਵੀ, ਤਿਲ ਮਾਤਰ ਵੀ, ਕਹਿੰਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਲੱਭਿਆ। ਇਹ ਧਾਰਮਿਕ ਕਰਮ ਤਾਂ ਕਰਦੇ ਹੀ ਆਏ ਆ, ਵੀ ਇਕੱਲੇ ਧਾਰਮਿਕ ਕਰਨ ਦੇ ਨਾਲ ਜੇ ਕੋਈ ਕਵੇ ਵੀ ਜਿਹੜੇ ਆਹ ਅਸੀਂ ਚੰਗੇ ਕੰਮ ਕਹਿੰਦੇ ਹਾਂ ਪੁੰਨਦਾਨ ਵਾਲੇ, ਇਹ ਜੇ ਕਰਮ ਕਰਨ ਦੇ ਨਾਲ ਜੇ ਸੁੱਖ ਪ੍ਰਾਪਤ, ਕਹਿੰਦੇ ਸੁੱਖ ਨਹੀਂ ਪ੍ਰਾਪਤ ਹੁੰਦਾ। ਇਕੱਲਾ ਸੁੱਖ ਪ੍ਰਾਪਤ ਪਰਮਾਤਮਾ ਦੇ ਨਾਮ ਦੇ ਨਾਲ ਹੋਣਾ, ਉਹ ਸਿਮਰਨਾ ਜ਼ਰੂਰੀ ਹੈ। ਜੇ ਕਵੇਂ ਵੀ ਇਕੱਲੇ ਇਹ ਧਾਰਮਿਕ ਕਰਮ ਇਹ ਕਰਕੇ ਤੇ ਸੁੱਖ ਦੀ ਪ੍ਰਾਪਤੀ ਹੋ ਜੇ, ਕਦੇ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਕਹਿੰਦੇ ਰੱਤਾ ਮਾਤਰ ਵੀ ਨਹੀਂ ਸੁੱਖ ਲੱਭਿਆ ਕਿਸੇ ਨੂੰ, ਤੇ ਨਾ ਲੱਭਣਾ ਨਾਮ ਤੋਂ ਬਿਨਾਂ। ਫਿਰ ਫਰਮਾਨ ਹੈ, ਭਈ ਕਿਰਪਾ ਨਾਨਕ ਸਤ ਸੰਗੇ, ਤਉ ਧਨ ਫਿਰ ਆਨੰਦ ਉਲਾਸਾਹੀ। ਨਹੀਂ ਨਾਨਕ, ਜਦੋਂ ਸਾਧ ਸੰਗਤ ਵਿੱਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵ ਆਤਮਾ ਤੇ ਸਰੀਰ ਮਿਲ ਕੇ ਨਾਮ ਦੀ ਬਰਕਤ ਨਾਲ ਆਤਮਿਕ ਆਨੰਦ ਮਾਣਦੇ ਹਨ। ਫਿਰ ਫਰਮਾਨ ਹੈ, ਧਨ ਅੰਧੀ ਫਿਰ ਚੱਪਲ ਸਿਆਣਾ, ਪੰਚ ਤਤ ਕਾ ਰਚਨ ਰਚਾਨਾ। ਪਿਰ ਦਾ ਮਤਲਬ ਜੀਵ ਆਤਮਾ, ਧਨ ਦਾ ਮਤਲਬ ਕਾਇਆ ਭਾਵੇਂ ਸਰੀਰ ਰੂਪੀ ਇਸਤਰੀ, ਚੱਪਲ ਦਾ ਮਤਲਬ ਚੰਚਲ, ਸਿਆਣਾ ਦਾ ਮਤਲਬ ਚਤਰ। ਤਾਂ ਸਤਿਗੁਰੂ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿ ਇਹ ਭਾਈ, ਮਾਇਆ ਗ੍ਰਸੀ ਕਾਇਆ ਦੀ ਸੰਗਤ ਵਿੱਚ, ਮਾਇਆ ਦੇ ਵਿੱਚ ਗ੍ਰਸਤ ਫਸੀ ਹੋਈ ਸਰੀਰ ਦੀ ਸੰਗਤ ਵਿੱਚ ਜੀਵ ਆਤਮਾ ਚੰਚਲ ਚਤਰ ਹੋ ਕੇ ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ। ਜੀਵ ਆਤਮਾ ਜਿਹੜਾ ਉਹ ਚੰਚਲ ਚਤਰ ਹੋ ਕੇ ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ। ਫਿਰ ਫਰਮਾਨ ਹੈ, ਜਿਸ ਵਖਰ ਕੋ ਤੁਮ ਆਏ ਹੋ, ਸੋ ਪਾਇਓ ਸਤਿਗੁਰ ਪਾਸਾਹੀ। ਕਹਿੰਦੇ ਹੈ ਭਾਈ, ਜਿਸ ਨਾਮ ਪਦਾਰਥ ਦੀ ਖਾਤਰ ਤੁਸੀਂ ਜਗਤ ਦੇ ਵਿੱਚ ਆਏ ਹੋ, ਪਰਮਾਤਮਾ ਦਾ ਨਾਮ ਧਨ ਖੱਟਣ ਵਾਸਤੇ ਆਏ ਅਸੀਂ ਇੱਥੇ। ਪਰਮਾਤਮਾ ਦਾ ਇਹ ਮਨੁੱਖਾ ਜਨਮ ਇਸੇ ਕੰਮ ਵਾਸਤੇ ਮਿਲਿਆ ਸੀ। ਕਹਿੰਦੇ ਜਿਸ ਕੰਮ ਵਾਸਤੇ ਤੁਸੀਂ ਆਏ ਹੋ, ਉਹ ਪਦਾਰਥ
ਗੁਰੂ ਪਾਸੋਂ ਮਿਲਦਾ ਹੈ, ਗੁਰੂ ਵਾਲੀ ਬਣਨਾ ਪੈਂਦਾ, ਉਹ ਬਣਦੇ ਨਹੀਂ। ਫਿਰ ਫਰਮਾਨ ਹੈ, ਧਨ ਕਹਿ ਤੂੰ ਵਸ ਮੈਂ ਨਾਲੇ, ਰਿਐ ਸੁਖ ਵਾਸੀ ਬਾਲ ਗੋਪਾਲੇ। ਕਹਿੰਦੇ ਹੇ ਭਾਈ, ਕਾਇਆ ਜੀਵ ਆਤਮਾ ਨੂੰ ਆਖਦੀ ਰਹਿੰਦੀ ਹੈ, ਇਹ ਸਰੀਰ ਜੀਵ ਆਤਮਾ ਨੂੰ ਆਖਦਾ ਰਹਿੰਦਾ ਹੈ ਕਿ ਹੇ ਪਿਆਰੇ ਤੇ ਸੁਖ ਰਹਿਣੇ ਲਾਡਲੇ ਪਤੀ, ਤੂੰ ਸਦਾ ਮੇਰੇ ਨਾਲ ਵਸਦਾ ਰਹੋ। ਇਹ ਸਰੀਰ ਤਾਂ ਕਹਿੰਦਾ ਹੈ ਨਾ, ਮੈਂ ਸਦਾ ਲਈ ਜਿਉਂਦਾ ਰਹਾਂ। ਮਰਨ ਨੂੰ ਕਿਹਦਾ ਜੀ ਕਰਦਾ? ਕਹਿੰਦੇ ਜੀਵ ਆਤਮਾ ਪਤੀ ਨੂੰ ਕਹਿ ਰਹੇ ਹੈ, ਇਹ ਕਾਇਆ ਰੂਪੀ ਇਸਤਰੀ ਭਾਵ ਸਰੀਰ ਰੂਪੀ ਇਸਤਰੀ, ਸਾਡੇ ਅੰਦਰ ਜਿਹੜਾ ਜੀ ਹੈ, ਜੀਵ ਆਤਮਾ, ਉਹਨੂੰ ਕਹਿ ਰਹੀ ਹੈ ਕਿ ਹੇ ਪਿਆਰੇ ਤੇ ਹੇ ਸੁਖ ਰਹਿਣੇ ਸੁਖ ਦੇਣ ਵਾਲੇ ਲਾਡਲੇ ਪਤੀ, ਤੂੰ ਸਦਾ ਮੇਰੇ ਨਾਲ ਵਸਦਾ ਰਹ, ਕਿਤੇ ਮੇਰੇ ਵਿੱਚੋਂ ਨਿਕਲ ਨਾ ਜਾਈਂ ਜੀਵਾਤਮਾ। ਫਿਰ ਫਰਮਾਨ ਹੈ, ਤੁਝੈ ਬਿਨਾ ਹਉ ਕਿਤ ਹੀ ਨਾ ਲੇਖੈ, ਵਚਨ ਦੇਹ ਛੋੜ ਨਾ ਜਾਸਾ ਹੈ। ਕਹਿੰਦੇ ਵੇਖੀ ਕਿਤੇ ਹੇ ਜੀਵਾਤਮਾ, ਤੈਥੋਂ ਬਿਨਾ ਮੇਰਾ ਕੁਝ ਵੀ ਨਹੀਂ ਮੁੱਲ। ਆਪਾਂ ਨੂੰ ਪਤਾ ਹੈ ਵੀ ਜੇ ਜੀਵਾਤਮਾ ਸਰੀਰ ਦੇ ਵਿੱਚ ਹੈਗੀ ਹੈ ਤਾਂ ਇਹਦਾ ਸਾਰਾ ਹੀ ਮੁੱਲ ਹੈ। ਜਦੋਂ ਜੀਵਾਤਮਾ ਨਿਕਲ ਗਈ ਤਾਂ ਫਿਰ ਇਹਨੂੰ ਕੋਈ ਇੱਕ ਘੜੀ ਨਹੀਂ ਰੱਖਦਾ, ਰੱਖ ਕੇ ਵੀ ਕੀ ਕਰੇ, ਸਮੈਲ ਮੁਸ਼ਕ ਆਉਣ ਲੱਗ ਜਾਂਦਾ, ਮੁਸ਼ਕ ਜਾਂਦੀ ਡੈਡ ਬੋਡੀ। ਕਹਿੰਦੇ ਸਰੀਰ ਸਮਝ ਲਓ, ਇਉਂ ਕਹਿ ਲਈਏ ਆਪਾਂ ਸੌਖੇ ਤਰੀਕੇ ਨਾਲ, ਸਰੀਰ ਹੈ ਜਿਹੜਾ ਉਹ ਆਤਮਾ ਦੀ ਮਿਹਨਤਾਂ ਕਰ ਰਿਹਾ, ਇਉਂ ਕਹਿ ਲਈਏ ਵੀ ਕਿਤੇ ਵੇਖੀ ਮੈਨੂੰ ਛੱਡ ਨਾ ਜਾਈਂ। ਕਿਉਂ? ਜੀਵਾਤਮਾ, ਮੰਨ ਲਓ ਜੀਵਾਤਮਾ ਹੀ, ਜਿਵੇਂ ਅੱਗੇ ਵੀ ਦੱਸਦੇ ਆ ਵੀ ਜਿਹੜਾ ਲੇਖਾ ਜੋਖਾ ਸਭ ਕੁਛ ਹੈ ਜੀਵਾਤਮਾ ਦੀ ਖੇਡ ਹੀ ਹੈ। ਜੀਵਾਤਮਾ ਤੋਂ ਹੀ ਲੇਖਾ ਜੋਖਾ ਜਿਹੜਾ ਪੁੱਛਿਆ ਜਾਣਾ। ਜੀਵਾਤਮਾ ਹੀ ਇਸ ਸਰੀਰ ਚੋਂ ਨਿਕਲਦੀ ਹੈ ਨਾ, ਬਾਕੀ ਸਰੀਰ ਤਾਂ ਇੱਥੇ ਹੀ ਹੁੰਦਾ, ਹੋਰ ਕੋਈ ਸਰੀਰ ਦਾ ਕੋਈ, ਸਾਰੇ ਦਾ ਸਾਰਾ ਸਰੀਰ ਇੱਥੇ ਹੀ ਹੁੰਦਾ, ਇੱਕ ਜੀਵਾਤਮਾ ਨਹੀਂ ਹੁੰਦੀ। ਤਾਂ ਇੱਥੇ ਹੁਣ ਇਹੀ ਸਰੀਰ ਮੰਨ ਲਓ ਮਿੰਨਤਾਂ ਕਰਦੇ ਆ, ਤਰਲੇ ਕਰਦੇ ਆ ਜੀਵਾਤਮਾ ਮੂਹਰੇ, ਨੇ ਵੇਖੀ ਕਿਤੇ ਮੈਨੂੰ ਛੱਡ ਨਾ ਜਾਈਂ, ਕਿਤੇ ਮੇਰੇ ਚੋਂ ਭੌਰ ਤੂੰ ਉਡਾਰੀ ਨਾ ਮਾਰ ਜੀ। ਤੇਰੇ ਤੋਂ ਬਿਨਾਂ ਮੇਰਾ ਮੁੱਲ ਹੀ ਕੱਖ ਨਹੀਂ, ਤੇਰੇ ਤੋਂ ਬਿਨਾਂ ਮੇਰੀ ਕਦਰ ਹੀ ਹੈ ਨਹੀਂ। ਭਾਵ ਸਵਾਸ ਹੈਗੀ ਹੈ ਤਾਂ ਫਿਰ ਹੀ ਕਦਰ ਹੈ ਇਸ ਸਰੀਰ ਦੀ, ਜੇ ਸਵਾਸ ਹੀ ਨਾ ਹੋਣ ਤਾਂ ਫਿਰ ਇਹ ਸਰੀਰ ਕਿਸ ਕੰਮ ਹੈ। ਕਹਿੰਦੇ ਮੇਰੇ ਨਾਲ ਇਕਰਾਰ ਕਰ, ਮੇਰੇ ਨਾਲ ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ, ਇਹ ਵਾਅਦਾ ਕਰ ਮੇਰੇ ਨਾਲ। ਵਚਨ ਦੇ ਛੋੜ ਨਾ ਜਾਸਾ ਹੈ, ਕਹਿੰਦੇ ਮੇਰੇ ਨਾਲ ਵਚਨ ਕਰ ਲਾ ਵੀ ਮੈਨੂੰ ਛੱਡ ਕੇ ਨਹੀਂ ਆਉਂਦਾ ਤੂੰ। ਫਿਰ ਅੱਗੇ ਫਰਮਾਨ ਹੈ, ਫਿਰ ਕਹਿਆ ਹਉ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨ ਛੰਦਾ। ਜਦੋਂ ਫਿਰ ਇਹ ਤਰਲੇ ਲੈਂਦਾ ਸਰੀਰ ਆਤਮਾ ਦੇ ਮੂਹਰੇ, ਇਹ ਤਰਲੇ ਲੈਂਦੀ ਹੈ ਜੀਵ ਇਸਤਰੀ ਸਰੀਰ, ਤਾਂ ਅੱਗੋਂ ਫਿਰ ਉਹ ਕੀ ਜਵਾਬ ਦਿੰਦਾ, ਜੀਵਾਤਮਾ ਕੀ ਜਵਾਬ ਦਿੰਦਾ, ਕਹਿਣ ਦਾ ਭਾਵ ਪਤੀ ਕੀ ਜਵਾਬ ਦਿੰਦਾ।
ਜੀਵਾਤਮਾ ਨੂੰ ਪਤੀ ਕਿਹਾ ਇੱਥੇ। ਤਾਂ ਕਹਿੰਦੇ ਹੇ ਭਾਈ, ਜਦੋਂ ਵੀ ਕਾਇਆ ਇਸਤਰੀ ਨੇ ਇਹ ਤਰਲਾ ਲਿਆ, ਇਹ ਮਿਹਨਤ ਕੀਤੀ ਵੀ ਮੈਨੂੰ ਵਚਨ ਦੇ, ਮੈਨੂੰ ਛੱਡ ਕੇ ਨਾ ਜਾਈਂ, ਮੇਰੇ ਚੋਂ ਨਿਕਲ ਨਾ ਜਾਈਂ ਤੂੰ, ਤਾਂ ਫਿਰ ਅੱਗੋਂ ਜੀਵਾਤਮਾ ਪਤੀ ਨੇ ਆਖਿਆ ਕਿ ਮੈਂ ਤਾਂ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਤੁਰਨ ਵਾਲਾ ਗੁਲਾਮ ਹਾਂ, ਮੇਰੀ ਕੀ ਹਸਤੀ ਹੈ ਜਾਂ ਮੇਰੀ ਕੀ ਤਾਕਤ ਹੈ ਵੀ ਮੈਂ ਤੈਨੂੰ ਛੱਡ ਕੇ ਨਾ ਜਾਵਾਂ। ਉਹ ਤਾਂ ਜਦੋਂ ਉਸ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਆ ਗਿਆ ਵੀ ਆ ਜਾ ਹੁਣ, ਆਵਾਜ਼ ਮਾਰਨੀ ਉਹਨੇ, ਤਾਂ ਕਹਿੰਦੇ ਮੈਂ ਤਾਂ ਉਹਦਾ ਗੁਲਾਮ ਹੈ, ਮੈਨੂੰ ਤਾਂ ਜਾਣਾ ਪੈਣਾ, ਮੈਂ ਵਾਅਦਾ ਨਹੀਂ ਕਰ ਸਕਦਾ ਵੀ ਮੈਂ ਤੇਰੇ ਲਈ, ਤੇਰੇ ਵਿੱਚ ਸਦਾ ਲਈ ਤੇਰਾ ਸਾਥ ਨਿਭਾਵਾਂ। ਕਹਿੰਦੇ ਉਹ ਬੜਾ ਵੱਡਾ ਮਾਲਕ ਹੈ ਅਕਾਲ ਪੁਰਖ, ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ, ਉਸ ਨੂੰ ਅਕਾਲ ਪੁਰਖ ਪਰਮੇਸ਼ਰ ਨੂੰ ਨਾ ਕਿਸੇ ਦੀ ਮੁਥਾਜੀ ਹੈ, ਨਾ ਕੋਈ ਡਰ ਹੈ ਉਹਨੂੰ। ਕਹਿੰਦੇ ਉਹ ਤਾਂ ਜਦੋਂ ਆਵਾਜ਼ ਮਾਰੀ ਮੈਨੂੰ ਜਾਣਾ ਪੈਣਾ, ਉਹਨੂੰ ਕੋਈ ਕਾਣ ਨਹੀਂ ਗੀ ਕਿਸੇ ਦੀ। ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਕਹਿੰਦੇ ਇਹ ਤਾਂ ਮੇਰੇ ਵੀ ਵੱਸ ਦੀ ਗੱਲ ਨਹੀਂ, ਪਤੀ ਕਹਿ ਰਿਹਾ ਇਸਤਰੀ ਨੂੰ, ਭਾਵ ਜੀਵਾਤਮਾ ਕਹਿ ਰਿਹਾ ਕਿਹਨੂੰ? ਸਰੀਰ ਨੂੰ। ਦੋਨਾਂ ਦੀ ਗੱਲਬਾਤ ਚੱਲ ਰਹੀ ਹੈ, ਦੋਨਾਂ ਦਾ ਮੇਲ ਹੈ ਨਾ, ਤਾਂ ਫਿਰ ਹੀ ਇਹ ਸਰੀਰ ਹੈ। ਇਸ ਕਰਕੇ ਦੋਨਾਂ ਦਾ ਆਪਸ ਦੇ ਵਿੱਚ ਗੱਲਬਾਤ ਹੋ ਰਹੀ ਹੈ, ਸਰੀਰ ਦੀ ਤੇ ਜੀਵਾਤਮਾ ਦੀ। ਕਹਿੰਦੇ ਉਹ ਤਾਂ ਅਕਾਲ ਪੁਰਖ ਪਰਮੇਸ਼ਰ ਬੇਅੰਤ ਹੈ, ਜਿਤਨਾ ਚਿਰ ਕਹਿੰਦੇ ਉਹ ਮੈਨੂੰ ਤੇਰੇ ਨਾਲ ਰੱਖੂਗਾ। ਅਕਾਲ ਪੁਰਖ ਪਰਮੇਸ਼ਰ ਜਿੰਨਾ ਚਿਰ ਮੈਨੂੰ ਕਹੂਗਾ ਵੀ ਤੂੰ ਰਹਿ ਇਹਦੇ ਨਾਲ, ਇਸਤਰੀ ਨਾਲ, ਭਾਵ ਇਸ ਸਰੀਰ ਦੇ ਵਿੱਚ ਰਹਿ, ਜਿੰਨਾ ਚਿਰ ਤੂੰ ਰਹਿ ਉਨਾ ਚਿਰ ਤਾਂ ਮੈਂ ਰਹਿ ਸਕਦਾ। ਕਹਿੰਦੇ ਜੀਵਾਤਮਾ ਕਹਿ ਰਿਹਾ ਵੀ ਉਨਾ ਚਿਰ ਮੈਂ ਰਹਿ ਸਕਦਾ ਇਸ ਸਰੀਰ ਦੇ ਵਿੱਚ, ਜਿੰਨਾ ਚਿਰ ਉਹ ਇਜਾਜ਼ਤ ਦੇਊਗਾ ਪਰਮੇਸ਼ਰ। ਕਹਿੰਦੇ ਜਦੋਂ ਉਹ ਸੱਦੇਗਾ ਤਾਂ ਊਠ ਸਿਧਾਸਾ ਹੈ। ਕਹਿੰਦੇ ਉਦੋਂ ਹੀ ਜਦੋਂ ਉਹਨੇ ਆਵਾਜ਼ ਮਾਰ ਲਈ ਤਾਂ ਇਹ ਨਹੀਂ ਵੀ ਮੈਂ ਇੱਕ ਸਕਿੰਟ ਵੀ ਰੁਕ ਜਾਵਾਂ। ਕਹਿੰਦੇ ਮੈਨੂੰ ਉਦੋਂ ਹੀ ਉੱਠ ਕੇ ਤੁਰਨਾ ਪਊਗਾ, ਮੈਂ ਤਾਂ ਤੁਰ ਪਊਂਗਾ ਉਦੋਂ ਹੀ। ਜਦੋਂ ਉਹਨੇ ਆਵਾਜ਼ ਮਾਰ ਲਈ ਮੈਂ ਉਦੋਂ ਹੀ ਚੱਲ ਪੈਣਾ, ਮੈਂ ਤੇਰੇ ਨਾਲ ਵਚਨ ਕਿਵੇਂ ਕਰ ਸਕਦਾ। ਫਿਰ ਅੱਗੇ ਫਰਮਾਨ ਹੈ, ਜੋ ਪ੍ਰਿਯ ਬਚਨ ਕਹੇ ਧਨ ਸਾਚੇ, ਧਨ ਕਛੂ ਨ ਸਮਝੈ ਚੰਚਲ ਕਾਚੇ। ਇੱਥੇ ਧਨ ਹੈ ਜਿਹੜਾ ਧੱਦਾ ਨੰਨਾ, ਧਨ ਦਾ ਮਤਲਬ ਇਸਤਰੀ ਹੈ। ਕਹਿੰਦੇ ਹੇ ਭਾਈ, ਜਦੋਂ ਵੀ ਜੀਵ ਆਤਮਾ ਇਹ ਸੱਚੇ ਬਚਨ ਕਾਇਆ ਰੂਪੀ ਸਰੀਰ ਰੂਪੀ ਇਸਤਰੀ ਨੂੰ ਆਖਦਾ ਹੈ, ਤਾਂ ਕਹਿੰਦੇ ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਵੀ ਨਹੀਂ ਸਮਝਦੀ। ਜੀਵਾਤਮਾ ਜਦੋਂ ਇਸ ਸਰੀਰ ਨੂੰ ਕਹਿ ਰਿਹਾ ਇਹ ਗੱਲਾਂ ਵੀ ਮੈਨੂੰ ਤਾਂ ਮੇਰੇ ਵੱਸ ਨਹੀਂ, ਮੈਨੂੰ ਜਾਣਾ ਪੈਣਾ। ਜਦੋਂ ਉਹਨੇ ਆਵਾਜ਼ ਮਾਰ ਲਈ ਤੂੰ ਕਹਿ ਰਹੀ ਹੈ ਵੀ ਮੈਨੂੰ ਛੱਡ ਕੇ ਨਾ ਜਾ, ਤਾਂ ਇਹ ਜਦੋਂ ਸਮਝਾ ਰਿਹਾ ਹੈ
ਕਹਿੰਦੇ ਉਹ ਸਮਝਦੀ ਨਹੀਂ, ਅਕਲ ਦੀ ਕੱਚੀ ਹੈ, ਚੰਚਲ ਹੈ। ਹੁਣ ਸਮਝੇ ਵੀ ਕਿਵੇਂ? ਮਰਨ ਨੂੰ ਕਿਹਦਾ ਜੀ ਕਰਦਾ? ਕਹਿੰਦੇ ਉਹ ਮੁੜ ਮੁੜ ਜੀਵਾਤਮਾ ਪਤੀ ਦਾ ਸਾਥ ਹੀ ਮੰਗਦੀ ਹੈ। ਫਰਮਾਨ ਹੈ, ਬਾਹੁਰ ਬਾਹੁਰ ਫਿਰ ਹੀ ਸੰਗ ਮਾਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਕਹਿੰਦੇ ਉਹ ਬਹੁਰ ਬੋਰ ਦਾ ਮਤਲਬ ਮੁੜ ਮੁੜ ਕੇ। ਕਹਿੰਦੇ ਸਰੀਰ ਮੁੜ ਮੁੜ ਕੇ ਜੀਵਾਤਮਾ ਨੂੰ ਦਾ ਸਾਥ ਹੀ ਮੰਗਦਾ ਹੈ, ਤੇ ਜੀਵਾਤਮਾ ਉਸ ਦੀ ਗੱਲ ਨੂੰ ਮਖੌਲ ਸਮਝ ਛੱਡਦਾ, ਉਹਨੂੰ ਹਾਸੇ 'ਚ ਪਾ ਕੇ, ਜਿਵੇਂ ਆਪਾਂ ਕਹਿੰਦੇ ਵੀ ਇਹ ਤਾਂ ਹਾਸੇ ਪੈ ਗਈ ਗੱਲ। ਕਹਿੰਦੇ ਉਹ ਤਾਂ ਮਖੌਲ ਦੇ ਵਿੱਚ ਹੀ ਜੀਵਾਤਮਾ ਇਸ ਸਰੀਰ ਦੀ ਗੱਲ ਨੂੰ ਜੀਵਾਤਮਾ ਮਖੌਲ ਸਮਝਦਾ। ਫਿਰ ਅੱਗੇ ਫਰਮਾਨ ਹੈ, ਆਈ ਆਗਿਆ ਫਿਰ ਹੋ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਆ ਗਿਆ ਹੁਕਮ। ਇਹ ਗੱਲਾਂ ਚੱਲ ਹੀ ਰਹੀਆਂ ਸੀ ਅਜੇ ਵੀ ਮੈਨੂੰ ਛੱਡ ਨਾ ਜਾਈ, ਆਏ ਕਿਉਂ ਹੈ। ਆਪਾਂ ਜਿਸ ਤਰ੍ਹਾਂ ਸੁਣ ਲਈਆਂ ਪਹਿਲਾਂ ਸਰੀਰ ਦੀਆਂ ਤੇ ਜੀਵਾਤਮਾ ਦੀਆਂ, ਤੇ ਹੁਣ ਆ ਗਿਆ ਸੱਦਾ, ਹੁਕਮ ਆ ਗਿਆ। ਕਹਿੰਦੇ ਇਹ ਭਾਈ, ਜਦੋਂ ਪਰਮਾਤਮਾ ਵੱਲੋਂ ਹੁਕਮ ਆਉਂਦਾ ਹੈ ਤਾਂ ਕਹਿੰਦੇ ਉਹ ਸੱਦਾ ਭੇਜਦਾ ਹੈ ਵੀ ਆ ਜਾ ਭਾਈ, ਬਹੁਤ ਕੰਮ ਕਰ ਲਏ, ਹੁਣ ਕਰੀਏ ਤੇਰੇ ਨਾਲ ਹਿਸਾਬ ਕਿਤਾਬ। ਜਿਹੜੇ ਕੰਮ ਵਾਸਤੇ ਭੇਜਿਆ ਸੀ ਕਰਿਆ ਕਿ ਨਹੀਂ ਕਰਿਆ, ਆ ਜਾ, ਬਥੇਰਾ ਖਾ ਪੀ ਲਈ, ਬਥੇਰਾ ਹੰਢਾ ਲਿਆ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਪੁੱਤ ਵਿਆਹ ਲਾ, ਪੋਤਾ ਵਿਆਹ ਲਾ, ਐਂ ਚੱਲੀ ਜਾਂਦਾ ਕੰਮ। ਕਹਿੰਦੇ ਆ ਜਾ ਹੁਣ। ਕਹਿੰਦੇ ਸੱਦਾ ਭੇਜਦਾ ਜਦੋਂ ਜੀਵਾਤਮਾ ਨਾ ਹੀ ਕਹਿੰਦੇ ਕਾਇਆ ਰੂਪੀ ਇਸਤਰੀ ਨੂੰ ਪੁੱਛਦਾ। ਕਹਿੰਦੇ ਫਿਰ ਜਦੋਂ ਸੱਦਾ ਆ ਗਿਆ ਇਹ ਸਰੀਰ ਨੂੰ ਫਿਰ ਤੁਹਾਨੂੰ ਪੁੱਛਦਾ ਵੀ ਮੈਂ ਹੁਣ ਜਾਵਾਂ ਕਿ ਨਾ ਜਾਵਾਂ। ਤੇ ਕਹਿੰਦੇ ਨਾ ਹੀ ਉਸ ਦੇ ਨਾਲ ਮਤਾ ਪਕਾਇਆ, ਮਤਲਬ ਸਲਾਹ ਕਰਨੀ। ਕਹਿੰਦੇ ਨਾ ਹੀ ਸਲਾਹ ਕਰਦਾ ਵੀ ਹੁਣ ਦੱਸ ਮੈਨੂੰ ਤਾਂ ਸੱਦਾ ਆ ਗਿਆ, ਕਿਵੇਂ ਕਰਾਂ, ਜਾਵਾਂਗੇ ਹਜੇ ਰੁਕ ਜਾ। ਕਹਿੰਦੇ ਨਾ ਤਾਂ ਮਤਾ ਪਕਾਉਣ ਦਿੰਦਾ ਫਿਰ, ਤੇ ਨਾ ਸਲਾਹ ਕਰਨ ਦਿੰਦਾ ਫਿਰ ਉਹ। ਉਦੋਂ ਤਾਂ ਫਿਰ ਕਹਿੰਦੇ ਤੁਰਨਾ ਹੀ ਪੈਂਦਾ। ਊਠ ਸਿਧਾਇਓ ਛੂਟਰ ਮਾਟੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਮਿਥਨ ਮੁਹਾਸਾ ਦਾ ਮਤਲਬ ਮੋਹ ਦਾ ਝੂਠਾ ਪਸਾਰਾ। ਮਿਥਿਆ ਕਹਿੰਦੇ ਹਨ ਝੂਠ ਨੂੰ, ਨਾਸਮੰਦ। ਕਹਿੰਦੇ ਉਹ ਕਾਇਆ ਮਿੱਟੀ ਨੂੰ ਛੁੱਟੜ ਕਰਕੇ ਸਰੀਰ ਨੂੰ, ਇਹ ਸਰੀਰ ਮਿੱਟੀ ਹੋਏ ਨਾ, ਮੇਰਾ ਆਪਾਂ ਕਹਿੰਦੇ ਵੀ ਇਹ ਤਾਂ ਮਿੱਟੀ ਹੈ, ਤੇ ਕਹਿੰਦੇ ਕਾਇਆ ਰੂਪੀ ਮਿੱਟੀ ਨੂੰ ਛੁੱਟੜ ਕਰਕੇ ਉੱਠ ਕੇ ਤੁਰ ਪੈਂਦਾ ਜੀਵਾਤਮਾ। ਆਪਦਾ ਮੋਢੇ ਤੇ ਸਾਫਾ ਸਿੱਟਦਾ ਤੇ ਚੱਲ ਪੈਂਦਾ। ਫਿਰ ਜਦੋਂ ਆ ਜਾਂਦਾ ਹੁਕਮ, ਕਹਿੰਦੇ ਹੇ ਨਾਨਕ ਵੇਖ, ਕਹਿੰਦੇ ਇਹ ਹੈ ਮੋਹ ਦਾ ਝੂਠਾ ਬਸਾਰਾ, ਐਵੇਂ ਮੇਰਾ ਤੇਰਾ ਕਰਦਾ ਰਿਹਾ, ਤੇ ਖੇਡ ਕਹਿੰਦੇ ਇੰਨੀ ਕੀ ਸੀਗੀ।
ਕੱਲ੍ਹ ਪਰਸੋਂ ਅਸੀਂ ਇੱਕ ਵੀਡੀਓ ਦੇਖ ਰਹੇ ਸੀਗੇ, ਕੋਈ 55-60 ਸਾਲ ਦਾ ਉਮਰ ਦਾ ਹੋਣਾ ਕੋਈ ਬੰਦਾ ਬੈਠਾ ਹੈ ਸਾਹਮਣੇ ਕੈਮਰੇ ਦੇ ਵਿੱਚੋਂ ਕੈਦ ਹੋਈ ਹੈ, ਉਹਨਾਂ ਦੇ ਘਰੇ ਲੱਗਿਆ ਹੋਣਾ, ਚੰਗਾ ਭਲਾ ਮੰਜੇ 'ਤੇ ਬੈਠਾ, ਕੋਈ ਫੋਨ ਆਇਆ ਕਿਸੇ ਦਾ ਆਇਆ ਹੋਣਾ ਪਰਿਵਾਰ ਦੇ ਮੈਂਬਰ ਦਾ, ਗੱਲ ਕਰੀ, ਗੱਲ ਕਰਕੇ ਤੇ ਹਜੇ ਫੋਨ ਚੱਲੀ ਜਾਂਦਾ ਸੀਗਾ, ਫੜਾ ਕੇ ਪੈਂਦਾ ਗਿਆ ਤੇ ਬਸ ਖਤਮ, ਇੰਨੇ ਕੰਮ ਹੋਇਆ। ਉਹ ਵੀਡੀਓ ਫਿਰ ਰਹੀ ਹੈ ਫੇਸਬੁੱਕ 'ਤੇ, ਤਾਂ ਉਹਦੇ ਵਿੱਚ ਲਿਖ ਕੇ ਪਾਇਆ ਵੀ ਐਵੇਂ ਬੰਦਾ ਮੇਰੀ ਕਰਦਾ, ਇੰਨਾ ਕੀ ਖੇਡ ਹੈ, ਇੰਨਾ ਕੁ ਕੰਮ ਹੈ। ਅਤੇ ਉਹੀ ਹੁਣ ਇੱਥੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਭਾਈ ਇੰਨੀ ਕੀ ਖੇਡ ਹੈ, ਕਿਉਂ ਐਵੇਂ ਤੂੰ ਤਰਲੇ ਮਾਰਦਾ ਫਿਰਦਾ, ਕਿਉਂ ਐਵੇਂ ਲੋਕਾਂ ਨਾਲ ਲੜਦਾ ਫਿਰਦਾ, ਕਿਉਂ ਐਵੇਂ ਮੱਲਾਂ ਮਾਰਦਾ ਫਿਰਦਾ ਐਡੀਆਂ ਐਡੀਆਂ। ਕਹਿੰਦੇ ਜਦੋਂ ਉਹਨੇ ਆਵਾਜ਼ ਮਾਰ ਲਈ, ਉਹਨੇ ਥੋੜ੍ਹਾ ਰਹਿ ਕਰਨ ਦੇਣੀ ਹੈ ਕਿਸੇ ਦੇ ਨਾਲ, ਕਹਿੰਦੇ ਜਾਣਾ ਪੈਣਾ, ਅਤੇ ਇਹ ਸਭ ਕੁਛ ਇੱਥੇ ਝੂਠਾ ਵਸਾਰਾ ਰਹਿ ਜਾਣਾ। ਇਸ ਕਰਕੇ ਜਿਹੜਾ ਨਾਲ ਜਾਣਾ ਉਹ ਭਜਨ ਬੰਦਗੀ ਕਰ ਲਾ, ਮੌਕਾ ਹੈ, ਨਹੀਂ ਤਾਂ ਔਖਾ ਹੋਏਗਾ ਬਹੁਤ। ਐਵੇਂ ਇਸ ਮੋਹ ਦੇ ਵਿੱਚ ਨਾ ਫਸਿਆ ਰਹਿ। ਫਿਰ ਫਰਮਾਨ ਹੈ, ਰੇ ਮਨ ਲੋਭੀ ਸੁਣ ਮਨ ਮੇਰੇ, ਸਤਿਗੁਰ ਸੇਵ ਦਿਨ ਰਾਤ ਸਦੇਰੇ। ਇਹ ਤਾਂ ਹੁਣ ਪਿੱਛੇ ਸੀ ਸਾਰੀ ਕਹਾਣੀ ਸਰੀਰ ਦੀ ਦੱਸਤੀ ਨਾ, ਤੇ ਜੀਵਾਤਮਾ ਦੀ ਦੋਨਾਂ ਦੀਆਂ ਗੱਲਾਂ ਚੱਲੀਆਂ। ਹੁਣ ਸਮਝਾ ਰਹੇ ਸਤਿਗੁਰੂ ਪਾਤਸ਼ਾਹ, ਕਹਿੰਦੇ ਇੰਨੀ ਕੀ ਖੇਡ ਹੈ, ਤੇ ਪਰ ਕਹਿੰਦੇ ਹੇ ਮੇਰੇ ਲੋਭੀ ਮਨ, ਕਹਿੰਦੇ ਮੇਰੀ ਗੱਲ ਸੁਣ ਲਾ ਹਜੇ ਵੀ। ਮਨ ਜਦੋਂ ਕਹਿੰਦੇ ਦਿਨ ਰਾਤ ਕਹਿੰਦੇ ਸਦਾ ਹੀ ਗੁਰੂ ਦੀ ਸ਼ਰਨ ਪਿਆ ਰਿਹਾ, ਗੁਰੂ ਵਾਲਾ ਬਣ ਜਾ। ਜੇ ਕੋਈ ਆਖੇ ਲੱਗਦਾ ਤਾਂ ਕਹਿੰਦੇ ਗੁਰੂ ਵਾਲਾ ਬਣ ਜਾ, ਗੁਰੂ ਦੀ ਸ਼ਰਨ ਪੈ। ਗੁਰੂ ਦੀ ਸ਼ਰਨ ਤੋਂ ਬਿਨਾਂ ਸਾਕਤ ਨਿਗੁਰੇ ਮਨੁੱਖ ਵਿਕਾਰਾਂ ਦੀ ਅੱਗ ਵਿੱਚ ਸੜ ਕੇ ਫਰਮਾਨ ਕਰਦੇ ਹਨ, ਬਿਨ ਸਤਿਗੁਰ ਪਚ ਮੂਏ ਸਾਗਤ ਨਿਗੁਰੇ, ਗਲ ਜਮ ਫਾਸਾ ਹੈ। ਕਹਿੰਦੇ ਗੁਰੂ ਤੋਂ ਬਿਨਾਂ ਨਿਗੁਰਾ, ਜਿੰਨਾ ਚਿਰ ਸਤਿਗੁਰੂ ਪਾਤਸ਼ਾਹ ਦਾ ਜੋ ਹੁਕਮ ਹੈ ਹਰ ਸਿੱਖ ਨੂੰ ਮੈਂ ਗੁਰੂ ਧਾਰਨ ਕਰਨਾ ਜ਼ਰੂਰੀ ਹੈ। ਇਹ ਨਹੀਂ ਗਾ ਵੀ ਇਕੱਲਾ ਅਸੀਂ ਪਾਠ ਪੂਜਾ ਕਰਦੇ ਹਾਂ ਅਤੇ ਬਸ ਠੀਕ ਹੈ, ਇਕੱਲਾ ਇੰਨਾ ਕੀ। ਉਹ ਪਾਸ ਉਹ ਮਨਜ਼ੂਰ ਤਾਂ ਹੈ ਜੇ ਤੂੰ ਰਹਿਤ ਮਰਿਆਦਾ ਦੇ ਵਿੱਚ ਵੀ ਆਏਗਾ, ਤਾਂ ਜੇ ਗੁਰੂ ਧਾਰਨ ਕਰੇਗਾ ਤਾਂ, ਨਹੀਂ ਤਾਂ ਨਿਗੁਰਾ ਹੀ ਹੈ। ਕਹਿੰਦੇ ਗੁਰੂ ਦੀ ਸ਼ਰਨ ਤੋਂ ਬਿਨਾਂ ਸਾਗਤ, ਸਾਗਤ ਕਹਿੰਦੇ ਹਨ ਰੱਬ ਨਾਲੋਂ ਟੁੱਟਿਆ ਹੋਇਆ। ਕਹਿੰਦੇ ਸਾਗਤ ਨਿਗੁਰੇ ਮਨੁੱਖ ਵਿਕਾਰਾਂ ਦੀ ਅੱਗ ਦੇ ਵਿੱਚ ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹੈ। ਉਹਨਾਂ ਦੇ ਗਲ ਦੇ ਵਿੱਚ ਜਮਰਾਜ ਦਾ ਇਹ ਫਾਹਾ ਪਿਆ ਰਹਿੰਦਾ ਹੈ। ਇਹ ਫਾਹਾ ਤਾਂ ਗੁਰੂ ਵਾਲੇ ਬਣ ਕੇ ਹੀ ਛੁੱਟਣਾ, ਨਹੀਂ ਤਾਂ ਨਹੀਂ ਛੁੱਟਣਾ। ਹੁਣ ਇੰਨੇ ਬਚਨ ਸੁਣ ਕੇ ਵੀ ਜੇ ਡਰ ਨਾ ਲੱਗੇ ਵੀ ਕੀ ਬਣੂਗਾ, ਤਾਂ ਫਿਰ ਸਮਝ ਲਓ ਸੁਣਿਆ ਤੇ ਨਾ ਸੁਣਿਆ। ਫਿਰ ਅੱਗੇ ਫਰਮਾਨ ਹੈ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ। ਮਨਮੁਖ ਹੋਈ ਜਿਹੜਾ ਮਨ ਨਹੀਂ ਨਾ ਮੰਨ ਰਿਹਾ, ਵੀ ਮਨ ਹੀ ਕਹਿ ਰਿਹਾ ਵੀ ਤੇਰੇ ਤੋਂ ਅੰਮ੍ਰਿਤ ਰੱਖਿਆ ਨਹੀਂ ਜਾਣਾ, ਤੂੰ ਰਹਿਣ ਦੇ, ਹਜੇ ਖਾ ਪੀ ਲਾ, ਹਜੇ ਉਮਰ ਹੋਰ ਪਈ ਹੈ, ਹਜੇ ਹੋਰ ਕੋਈ 5-7 ਸਾਲ ਹਜੇ ਠਹਿਰ ਜਾ। ਇਹ ਮਨ ਕਹਿ ਰਿਹਾ ਨਾ, ਅਤੇ ਉਹਦੇ ਪਿੱਛੇ ਲੱਗ ਰਿਹਾ, ਉਹਦੇ ਪਿੱਛੇ ਲੱਗ ਕੇ ਗੁਰੂ ਵਾਲਾ ਬਣ ਨਹੀਂ ਰਿਹਾ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਅਤੇ ਮਰਦਾ।
ਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ, ਜਨਮ ਮਰਨ ਦੇ ਗੇੜ ਦੀਆਂ। ਤਾਂ ਫਿਰ ਫਰਮਾਨ ਹੈ, ਇੱਥੇ ਬਸ ਨਹੀਂ, ਚੋਟਾਂ ਖਾਣ ਤੋਂ ਅੱਗੇ ਵੀ ਬਹੁਤ ਕੁਛ ਹੈ। ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਇੱਥੇ ਆ ਕੇ ਗੱਲ ਬਣਨੀ ਹੈ। ਕਹਿੰਦੇ ਮਨ ਦਾ ਮੁਰੀਦ ਬੰਦਾ, ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ, ਜਿਹਦਾ ਹਜੇ ਮਨ ਹੀ ਨਹੀਂ ਕਰ ਰਿਹਾ ਗੁਰੂ ਵਾਲਾ ਬਣਨ ਵਾਲਾ, ਗੁਰੂ ਧਾਰਨ ਕਰਨ ਦਾ, ਉਹਦੀ ਗੱਲ ਕਰਦੇ ਸਤਿਗੁਰੂ ਪਾਤਸ਼ਾਹ। ਕਹਿੰਦੇ ਸਮਝ ਲਓ ਮਨ ਦਾ ਮੁਰੀਦ ਸਾਰੇ ਨਰਕਾਂ ਦੇ ਦੁੱਖ ਭੋਗਦਾ, ਸਾਰੇ ਨਰਕਾਂ ਦੇ, ਕੋਈ ਵੀ ਬਚਦਾ ਨਹੀਂ, ਕੋਈ ਐਸਾ ਨਹੀਂ। ਜਿੰਨੇ ਵੀ ਨਰਕ ਹੈ ਕਹਿੰਦੇ ਉਹ ਨਿਗੁਰਾ ਬੰਦਾ ਭੁਗਤਦਾ। ਇਹਦੇ ਤਾਂ ਕੋਈ ਅਰਥ ਡੂੰਘੇ ਨਹੀਂ ਨਾ, ਜਮਾਂ ਸਮਝ ਆਉਂਦੀ ਹੈ। ਜਿਤਨੇ ਨਰਕ ਸੇ ਮਨਮੁਖ ਭੋਗੈ, ਇਹਦੇ ਤਾਂ ਕੋਈ ਅਰਥ ਕਰਨ ਦੀ ਇੰਨੀ ਜ਼ਰੂਰਤ ਵੀ ਨਹੀਂ। ਫਿਰ ਜਿਹੜਾ ਗੁਰੂ ਵਾਲਾ ਉਹਦਾ ਕੀ ਕਹਿੰਦੇ, ਗੁਰਮੁਖ ਲੇਪ ਨਾ ਮਾਸਾ ਹੈ। ਹੁਣ ਇੱਕ ਤਾਂ ਗੁਰਮੁਖ ਭਾਵ ਗੁਰੂ ਵਾਲਾ ਬਣ ਕੇ ਗੁਰੂ ਧਾਰਨ ਕਰ ਲੈਣਾ, ਸਿੱਖੀ ਸਰੂਪ ਦੇ ਵਿੱਚ ਆ ਜਾਣਾ, ਉਹ ਤਾਂ ਹੈ ਗੁਰਮੁਖ, ਜਿਹੜਾ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਕਹਿਣੇ 'ਚ ਚੱਲਦਾ। ਜਿਹੜਾ ਆਪਦੇ ਮਨ ਦੇ ਪਿੱਛੇ ਵੀ ਹਜੇ ਸਮਾਂ ਨਹੀਂ ਗਾ, ਹਜੇ ਬਹੁਤ ਟਾਈਮ ਪਿਆ, ਹਜੇ ਛਕ ਲਾਂਗੇ ਅੰਮ੍ਰਿਤ, ਹਜੇ ਮੇਰੇ ਤੋਂ ਰਹਿਣਾ ਨਹੀਂ। ਅੰਮ੍ਰਿਤ ਗੁਰੂ ਨੇ ਰਖਾਉਣਾ, ਬੰਦੇ ਦੀ ਕੀ ਹਿੰਮਤ ਹੈ ਵੀ ਰੱਖ ਲਵੇ। ਇਹ ਤਾਂ ਗੁਰੂ ਨੇ ਕਿਰਪਾ ਕਰਨੀ ਹੈ, ਜਦੋਂ ਹੋ ਗਿਆ ਸਭ ਕੁਛ ਹੋ ਜਾਂਦਾ। ਬੰਦਾ ਕਵੇ ਵੀ ਮੈਂ ਅੰਮ੍ਰਿਤ ਰੱਖਦਾ, ਮੈਂ ਰਹਿਤ ਮਰਿਆਦਾ ਰੱਖ ਸਕਦਾ, ਕਿੱਡਾ ਕੋਈ ਮਰਜ਼ੀ ਵਾਅਦਾ ਕਰ ਲੇ, ਕੋਈ ਨਹੀਂ ਰੱਖ ਸਕਦਾ। ਇਹ ਤਾਂ ਗੁਰੂ ਨੇ ਰਖਾਉਣੀ ਹੈ, ਉਹਨੇ ਕਿਰਪਾ ਕਰਨੀ। ਜਦੋਂ ਤੂੰ ਉਹਦੇ ਲੜ ਲੱਗ ਗਿਆ ਤਾਂ ਉਹਦੇ 'ਤੇ ਸਿਰ ਦੇ ਆਪੇ ਸਭ ਕੁਛ ਹੋਊਗਾ। ਜੇ ਤੂੰ ਕਹਿੰਦਾ ਹੈ ਵੀ ਹਜੇ ਮੇਰੇ ਤੋਂ ਰੱਖਿਆ ਨਹੀਂ ਜਾਣਾ, ਤਾਂ ਫਿਰ ਠਹਿਰ ਕੇ ਤੂੰ ਰੱਖ ਲੇਗਾ, ਨਹੀਂ ਰੱਖਿਆ ਜਾਣਾ ਫਿਰ ਵੀ। ਇਹ ਤਾਂ ਗੁਰੂ ਹੀ ਕਿਰਪਾ ਕਰਦਾ ਤਾਂ ਫਿਰ ਹੀ ਰੱਖਿਆ ਜਾਂਦਾ, ਫਿਰ ਹੀ ਅੰਮ੍ਰਿਤ ਰਹਿੰਦਾ, ਨਹੀਂ ਤਾਂ ਨਹੀਂ ਰਹਿੰਦਾ। ਕਹਿੰਦੇ ਮਨ ਦੇ ਵਿੱਚੋਂ ਭੁਲੇਖਾ ਕੱਢ ਦੇ, ਨਹੀਂ ਤਾਂ ਜਿੰਨੇ ਵੀ ਨਰਕ ਹੈ ਉਹ ਕਹਿ ਹੀ ਰਹੇ ਵੀ ਨਹੀਂ ਤਾਂ ਭੋਗੀ ਜਾ, ਫਿਰ ਭੋਗਣੇ ਪੈਣਗੇ ਹਜੇ ਹੋਰ। ਕਹਿੰਦੇ ਪਰ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਨਰਕਾਂ ਦਾ ਰੱਤਾ ਪਰ ਵੀ ਮਾਸਾ ਕਹਿੰਦੇ ਹਨ, ਥੋੜ੍ਹਾ ਜਿਹਾ, ਕਹਿੰਦੇ ਰੱਤਾ ਪਰ ਵੀ ਅਸਰ ਨਹੀਂ ਪੈਂਦਾ ਫਿਰ ਉਹਨਾਂ ਦੇ ਉੱਤੇ। ਕਿਉਂ? ਉਹਦਾ ਰਖਵਾਲਾ ਗੁਰੂ ਹੈ। ਤੇ ਉਹਦੇ ਤਾਂ ਨੇੜੇ ਪਿੱਛੇ ਵੀ ਦੱਸ ਕੇ ਗਏ ਨਾ ਵੀ ਜਮਰਾਜ ਹੈ ਜਿਹੜਾ ਉਹ ਭੁੱਤਰਿਆ ਫਿਰਦਾ, 4 ਚੁਫੇਰੇ ਆਇਆ ਸੀ ਨਾ ਸ਼ਬਦ ਦੇ ਵਿੱਚ, ਤੇ ਉਹਦੀ ਵੀ ਜ਼ਰੂਰਤ ਨਹੀਂ ਪੈਂਦੀ ਵੀ ਮੈਂ ਇਹਨੂੰ ਹੱਥ ਪਾ ਲਾਂ ਜਾ ਕੇ, ਜਿਹੜਾ ਗੁਰੂ ਦਾ ਗੁਰੂ ਵਾਲਾ, ਗੁਰੂ ਦੇ ਲੜ ਲੱਗਿਆ ਹੋਇਆ, ਵੀ ਕਿਤੇ ਮੇਰੇ ਤੋਂ ਗਲਤੀ ਨਾ ਹੋ ਜੇ। ਤੇ ਮਨਮੁਖ ਨੂੰ ਕੀ ਜਾਣਦਾ, ਉਹ ਤਾਂ ਠੁੱਡਿਆਂ ਨਾਲ ਹੀ ਫਿਰ ਸਿੱਟ ਲੈਂਦਾ। ਇਸ ਕਰਕੇ ਕਹਿੰਦੇ ਭਾਈ ਮੌਕਾ ਹੈ, ਇਹ ਸੋਚਾਂ ਸਕੀਮਾਂ ਨਾ ਬਣਾਈ ਜਾ ਵੀ ਹਜੇ ਮੇਰਾ ਟਾਈਮ ਪਿਆ ਅਤੇ ਹਜੇ ਮੈਂ ਠਹਿਰ ਕੇ ਅੰਮ੍ਰਿਤ ਛਕੂੰਗਾ ਅਤੇ ਹਜੇ ਬਹੁਤ ਮੇਰੇ ਕੰਮ ਕਰਨ ਵਾਲੇ ਆ, ਕੰਮ ਵੀ ਗੁਰੂ ਨੇ ਕਰਨੇ ਹੈ। ਅਤੇ ਬੰਦੇ ਦਾ ਤਾਂ ਪਤਾ ਹੀ ਨਹੀਂ ਹੋਣਾ, ਪਿੱਛੇ ਦੱਸ ਕੇ ਤਾਂ ਗਏ ਸ਼ਬਦ ਦੇ ਵਿੱਚ ਵੀ ਖੇਡ ਤਾਂ ਇੰਨੀ ਕੀ ਹੈ। ਕਿੰਨੀਆਂ ਮਿੰਨਤਾਂ ਕਰੀਆਂ ਸਰੀਰ ਨੇ ਆਤਮਾ ਦੀਆਂ ਵੀ ਮੈਨੂੰ ਛੱਡ ਕੇ ਨਾ ਜਾ, ਮੇਰੇ ਨਾਲ ਵਾਅਦਾ ਕਰ ਤੂੰ, ਅਤੇ ਕੀ ਕਹਿੰਦਾ ਕੋਈ ਵਾਅਦਾ ਵੂਦਾ ਨਹੀਂ ਹੈ। ਜਦੋਂ ਹੁਕਮ ਆ ਗਿਆ, ਇਹ ਤਾਂ ਅੱਖ ਝਮਕਣ ਜਿੰਨੇ ਸਮਾਂ ਵੀ ਨਹੀਂ ਦੇਰ ਲਾਉਣੀ, ਮੈਂ ਤਾਂ ਉਦੋਂ ਹੀ ਚੱਲ ਪੈਣਾ ਅਤੇ ਜਾਣਾ ਪੈਣਾ ਮੈਨੂੰ। ਅਤੇ ਇੰਨੀ ਕੁ ਤਾਂ ਉਮਰ ਹੈ ਬੰਦੇ ਦੀ, ਪਤਾ ਕਦੋਂ ਅੱਖਾਂ ਮੀਚ ਜਾਣੀਆਂ। ਅਤੇ ਨਿਗੂਰਾ ਹੀ ਮਰ ਗਿਆ ਤਾਂ ਫਿਰ ਸਮਝ ਲਓ ਗਾਂ ਤਾਂ ਫਿਰ ਆਹ ਦੱਸੀ ਜਾਂਦੇ ਸਤਿਗੁਰੂ ਪਾਤਸ਼ਾਹ, ਕਹਿੰਦੇ ਸਾਰੇ ਨਰਕ ਭੋਗਣੇ ਪੈਣਗੇ, ਸਾਰੇ, ਜੇ ਤੂੰ ਗੁਰੂ ਤੋਂ ਬਿਨਾਂ ਮਰ ਗਿਆ ਤਾਂ। ਜਨਮ ਮਰਨ ਦੇ ਗੇੜ ਸਾਰੇ ਭੋਗਣੇ ਪੈਣਗੇ, ਤੇ ਹਜੇ ਵੀ ਤੂੰ ਸਮਝ ਨਹੀਂ ਰਿਹਾ। ਫਿਰ ਫਰਮਾਨ ਹੈ, ਗੁਰਮੁਖ ਸੋਏ ਜੇ ਹਰ ਜੀਉ ਭਾਇਆ, ਤਿਸ ਕੌਣ ਮਿਟਾਵੈ
जे प्रभ पहराया। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ, ਕਹਿੰਦੇ ਹੇ ਭਾਈ, ਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਪਿਆ, ਉਹਨੂੰ ਪਰਮਾਤਮਾ ਨੂੰ ਭਾ ਗਿਆ। ਤੇ ਪਰਮਾਤਮਾ ਨੂੰ ਕੌਣ ਭਾਊਗਾ? ਜਿਹੜੇ ਕੰਮ ਵਾਸਤੇ ਉਹਨੇ ਭੇਜਿਆ ਇੱਥੇ, ਸੇਵਾ ਭਗਤੀ ਕਰਨ ਵਾਲਾ, ਉਹਦੇ ਵਾਸਤੇ ਇਹ ਮਨੁੱਖਾ ਸਰੀਰ ਦੇ ਕੇ ਉਹਦੇ ਨਾਲ ਵਾਅਦਾ ਕਰਕੇ ਆਂਦਾ ਪਰਮਾਤਮਾ ਨਾਲ ਵੀ ਅਸੀਂ ਸੇਵਾ ਭਗਤੀ ਸੇਵਾ ਸਿਮਰਨ ਕਰਾਂਗੇ। ਤੇ ਇੱਥੇ ਆ ਕੇ ਫਿਰ ਮੁੱਕਰ ਗਿਆ। ਤੇ ਜਦੋਂ ਸੇਵਾ ਭਗਤੀ ਕਰਨ ਵਾਲਾ, ਸੇਵਾ ਸਿਮਰਨ ਕਰਨ ਵਾਲਾ ਉਹੀ ਪਰਮਾਤਮਾ ਨੂੰ ਭਾਉਂਦਾ ਹੈ। ਇਹ ਵੀ ਗੱਲ ਚੇਤੇ ਰੱਖਿਓ। ਕਹਿੰਦੇ ਫਿਰ ਉਹਨੂੰ ਚੰਗਾ ਲੱਗ ਪਿਆ ਜਿਸ ਅਜਿਹੇ ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ ਸਤਿਕਾਰ ਦਿੱਤਾ। ਉਸ ਦੀ ਕਹਿੰਦੇ ਇਹ ਸੋਭਾ ਨੂੰ ਕੋਈ ਵੀ ਨਹੀਂ ਮਿਟਾ ਸਕਦਾ, ਉਹਦੀ ਇਹ ਸੋਭਾ ਨੂੰ ਕੋਈ ਖਤਮ ਨਹੀਂ ਕਰ ਸਕਦਾ। ਸਦਾ ਆਨੰਦ ਕਰੇ ਆਨੰਦੀ, ਜਿਸ ਸਿਰ ਪਾਉ ਪਿਆ ਗਲ ਖਾਸਾ ਹੈ। ਖਾਸਾ ਦਾ ਮਤਲਬ ਵਧੀਆ, ਜਿਵੇਂ ਆਪਾਂ ਕਹਿੰਦੇ ਵੀ ਆਹ ਤਾਂ ਖਾਸਾ ਚੰਗਾ ਹੈ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹੈ, ਕਹਿੰਦੇ ਜਿਸ ਮਨੁੱਖ ਦੇ ਗਲ ਦੇ ਵਿੱਚ ਕਰਤਾਰ ਵੱਲੋਂ ਸੋਹਣਾ ਸਿਰ ਪਾਉ ਪੈ ਗਿਆ, ਆਦਰ ਸਤਿਕਾਰ ਮਿਲ ਗਿਆ, ਕਹਿਣ ਦਾ ਭਾਵ ਆਦਰ ਸਤਿਕਾਰ ਰੂਪੀ ਸਿਰ ਪਾਉ ਮਿਲ ਗਿਆ, ਜਿਹਨੂੰ ਆਪਾਂ ਸਰੂਪਾ ਕਹਿ ਦਿੰਦੇ ਹਾਂ, ਪਰ ਉਹਦਾ ਅਸਲੀ ਉਚਾਰਨ ਇਹ ਹੈ ਸਿਰ ਪਾਉ ਕਹਿੰਦੇ ਉਹਨੂੰ। ਕਹਿੰਦੇ ਉਹ ਆਨੰਦ ਸਰੂਪ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਕੇ ਸਦਾ ਹੀ ਆਤਮਿਕ ਆਨੰਦ ਮਾਣਦਾ ਹੈ। ਫਿਰ ਫਰਮਾਨ ਹੈ, ਹਉ ਬਲਿਹਾਰੀ ਸਤਿਗੁਰ ਪੂਰੇ, ਸਰਨ ਕੇ ਦਾਤੇ ਬਚਨ ਕੇ ਸੂਰੇ। ਕਹਿੰਦੇ ਹੈ ਭਾਈ, ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਨਹੀਂ ਜਾਂਦਾ ਹਾਂ। ਇੱਕ ਹੁਣ ਬਲਿਹਾਰਨੇ ਦਾ ਹੋਰ ਵੀ, ਜਿਸ ਤਰ੍ਹਾਂ ਮੱਥਾ ਟੇਕ ਕੇ ਆਪਾਂ ਪਰਿਕਰਮਾ ਕਰਦੇ ਹਾਂ ਜਿਹੜੀ, ਇਹਦਾ ਕੀ ਮਹੱਤਵ ਹੈ। ਆਪਾਂ ਤਾਂ ਫਿਰ ਐਵੇਂ ਪੌੜੀਆਂ ਨੂੰ ਮੱਥਾ ਟੇਕਣ ਲੱਗ ਜਾਂਦੇ ਹਾਂ, ਇੱਧਰ ਟੇਕ ਲਿਆ, ਇੱਧਰ ਟੇਕ ਲਿਆ, ਸਾਰੇ ਪਾਸੇ। ਅਸਲ ਤਾਂ ਇਹ ਹੁੰਦਾ ਹੈ, ਸਾਹਮਣੇ ਗੁਰੂ ਸਾਹਿਬ ਜਿੱਥੇ ਪ੍ਰਕਾਸ਼ ਹੈ ਉੱਥੇ ਮੱਥਾ ਟੇਕਿਆ, ਉੱਤੋਂ ਦੀ ਪਰਿਕਰਮਾ ਕਰ ਲਈ। ਜੇ ਚੌਰ ਸਾਹਿਬ ਕਰਨੀ ਹੈ ਤਾਂ ਉਹ ਵੀ ਕਰ ਸਕਦੇ ਹਾਂ। ਚਲੋ ਮਹਾਰਾਜ ਦੇ ਸਾਹਮਣੇ ਆ ਕੇ ਵੀ ਇੱਥੇ ਮੱਥਾ ਸ਼ੀਸ਼ ਨਵਾਇਆ ਜਾ ਸਕਦਾ। ਇਹ ਨਹੀਂ ਵੀ ਪੌੜੀਆਂ 'ਤੇ, ਹੁਣ ਮਹਾਰਾਜ ਦੇ ਸਰੂਪ ਤਾਂ ਉੱਤੇ ਸੱਚਖੰਡ ਦੇ ਵਿੱਚ ਜਿੱਥੇ ਵਿਰਾਜਮਾਨ ਹੈ, ਹੁਣ ਇੱਥੇ ਸਾਹਮਣੇ ਪ੍ਰਕਾਸ਼ ਹੈ, ਇੱਥੇ ਮੱਥਾ ਟੇਕ ਲਿਆ, ਫਿਰ ਹੋਰ ਨਹੀਂ ਜ਼ਰੂਰਤ ਹੁੰਦੀ ਕਿਤੇ ਵੀ ਕੋਈ ਮੇਚ ਨੂੰ ਮੱਥਾ ਟੇਕ ਲਿਆ, ਕਿਸੇ ਦੂਜੀ ਪੌੜੀ ਨੂੰ, ਰੀਲਿੰਗ ਨੂੰ ਟੇਕ ਲਿਆ। ਇਹ ਨਹੀਂ ਟੇਕਣਾ। ਭਲਾਂ ਦੀ ਉੱਥੇ ਸਾਹਮਣੇ ਖੜ੍ਹ ਕੇ 20 ਮਿੰਟ ਅੱਧਾ ਘੰਟਾ ਲਾ ਦੇ ਤੂੰ ਮੱਥਾ ਟੇਕਣ 'ਤੇ, ਸਾਈਡ 'ਤੇ ਹੋ ਕੇ, ਉਹ ਪ੍ਰਵਾਨ ਹੈ। ਅਤੇ ਉੱਤੋਂ ਦੀ ਪਰਿਕਰਮਾ ਕਰਨ ਦਾ ਮਤਲਬ ਇਹ ਹੁੰਦਾ ਹੈ ਵੀ ਆਪਦੇ ਆਪ ਨੂੰ ਗੁਰੂ ਦੇ ਉੱਤੋਂ ਦੀ ਵਾਰਨਾ, ਜਿਹੜੀ ਪਰਿਕਰਮਾ ਕਰਨੀ ਹੈ ਵੀ ਮੈਂ ਗੁਰੂ ਸਾਹਿਬ ਤੇਰੇ ਉੱਤੋਂ ਦੀ ਵਾਰਨੇ ਜਾਂਦਾ ਹਾਂ। ਜਿਵੇਂ ਹੁਣ ਇੱਥੇ ਸਤਿਗੁਰੂ ਪਾਤਸ਼ਾਹ ਕਹਿ ਰਹੇ ਵੀ ਬਲਿਹਾਰੀ ਬਲਿਹਾਰਨੇ, ਯਾਨੀ ਕਿ ਜਦੋਂ ਵੀ ਜ਼ਰੂਰਤ ਪਵੇ ਗੁਰੂ ਉੱਤੋਂ ਦੀ ਵਾਰ ਦੇਣਾ ਆਪਦੇ ਆਪ ਨੂੰ। ਜੇ ਗੁਰੂ ਸਾਹਿਬ ਦੀ ਮੰਨ ਲਓ ਜ਼ਰੂਰਤ ਵਾਸਤੇ ਕਿਤੇ ਸੀਸ ਦੀ ਵੀ ਲੋੜ ਪਵੇ ਤਾਂ ਦੇ ਦੇਣਾ, ਉੱਤੋਂ ਦੀ ਪਰਿਕਰਮਾ ਕਰਨ ਦਾ ਮਤਲਬ ਐਡਾ ਮਹੱਤਵ ਹੈ ਪਰਿਕਰਮਾ ਦਾ। ਅਤੇ ਅਸੀਂ ਤਾਂ ਪਰਿਕਰਮਾ ਕਰਕੇ ਪਤਾ ਨਹੀਂ ਕਿਸੇ ਹੋਰ ਵੀ ਜਾ ਕੇ ਪਤਾ ਨਹੀਂ ਕਿੱਥੇ ਕਿੱਥੇ ਪਰਿਕਰਮਾ ਕਰਦੇ ਰਹਿੰਦੇ। ਇਹਦਾ ਮਤਲਬ ਸਾਰਿਆਂ ਉੱਤੋਂ ਦੀ ਵਾਰੀ ਰੱਖਦੇ। ਅਤੇ ਫਿਰ ਲੋੜ ਕਿਹਨੂੰ ਪਊਗੀ ਅਤੇ ਕਿਹਨੂੰ ਦੇਵਾਂਗੇ ਸਿਰ? ਹੈ ਕੋਈ ਦੀਨ ਧਰਮ? ਇਸ ਕਰਕੇ ਸਤਿਗੁਰੂ ਪਾਤਸ਼ਾਹ ਹੁਣ ਕੀ ਕਹਿ ਰਹੇ ਹੈ, ਕਹਿੰਦੇ ਮੈਂ ਤਾਂ ਪੂਰੇ ਗੁਰੂ ਤੋਂ ਸਦਕੇ ਹਾਂ, ਵਾਰਨੇ ਹਾਂ। ਇਸੇ ਪਰਿਕਰਮਾ ਦੀ ਗੱਲ ਕਰ ਰਹੇ। ਕਹਿੰਦੇ ਗੁਰੂ ਸ਼ਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ। ਜਿਹੜਾ ਕੋਈ ਸ਼ਰਨ ਪੈ ਗਿਆ ਇਹਦੀ ਸਹਾਇਤਾ ਕਰਨ ਜੋਗਾ ਹੈ, ਹੋਰ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ। ਫਿਰ ਗੁਰੂ ਕਹਿੰਦੇ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ। ਬਚਨ ਕਾ ਸੂਰਾ, ਪੂਰਾ ਬਚਨ ਦਾ ਸੂਰਮਾ ਹੈ। ਇਹ ਨਹੀਂ ਗਾ ਵੀ
तेरे नाल बचन कर ले तो फिर पिछे हट जाऊगा गुरु। तू तो बेशक दी हट जे, कोई पता नहीं, पर गुरु नहीं पिछे हटदा। कहते सतगुरु पातशाह कहते पूरा वचन का वचन बद्ध है। इस करके तू यकीन करके भरोसा करके तो वेख। जो तेन यकीन नहीं भरोसा नहीं तो फिर वो तो तेरी आपदी गलती है ना, आपदी कमी है तेरी। फिर फरमान है ऐसा प्रभ मिलिया सुखदाता विछड़ न कतही जासा है। कहते पूरे गुरु की मेहर नाल मैनू अजिहा सुखां दा दाता परमात्मा मिल गया है कि उस दे चरनां तो विछड़ के मैं होर किते भी नहीं जावांगा, होर किते भी नहीं जावांगा। फिर फरमान है लास्ट पंक्तियां च, गुण निधान किछ कीम न पाई, घट घट पूर रहियो सब ठाई। हे गुणा दे खजाने प्रभु, तेरी कीमत नहीं पै सकती, तेरा कोई मुल नहीं पै सकता। तू बेअंत है, तू सबनी थाई हरेक शरीर दे विच व्यापक है। फिर फरमान है नानक सरन दीन दुख भंजन, हों रेण तेरे जो दासा है। रेण कहते हैं चरण धूड़ नूं। हे नानक, हे दीनां दे दुख नाश करन वाले, मेहर कर, किरपा कर, मैं उन्हां दे चरनां दी धूड़ बनिया रहां। किन्हां दी? जो तेरे दास है, जो तेरे सेवक है, उन्हां दी चरनां दी धूड़ बनिया रहां। इन्ना ही बहुत है मैनू। तेरे चरनां दी धूड़ बन जोगा तो मैं है नहीं। जिहड़े तेरे दास है, मैं उन्हां दी चरनां दी धूड़, दासां दा दास बन जा। इन्ना ही, इन्नी कृपा कर दे मेरे ते। सो अज दे विचारां दी समाप्ति है। विचारां करदियां बेअंत उनताइयां हो गईयां उन्हां सतगुरु पातशाह अते आप संगत बख्शणयोग हो। वाहिगुरू जी का खालसा, वाहिगुरू जी की फतेह।